Hello dear students. So today's topic of our subject BTHP is difference between work and heat, modes of heat transfer and energy and types of energy. So last lecture ਦੇ ਵਿੱਚ ਅਸੀਂ ਹਾਲੇ ਤੱਕ ਸਟੱਡੀ ਕੀਤਾ what is path function and point function. ਸੋ ਨੈਕਸਟ ਟੌਪਿਕ ਹੈ ਹੁਣ ਕੁਝ ਸਾਡੇ ਫੰਡਾਮੈਂਟਲਸ ਆ ਥਰਮੋਡਾਇਨਾਮਿਕਸ ਦੀਆਂ ਕੁਝ ਡੈਫੀਨੇਸ਼ਨਸ ਨੇ ਸੋ ਫਸਟ ਡੈਫੀਨੇਸ਼ਨ ਹੈ what is work. ਆਲਰੇਡੀ ਇੱਕ ਵਾਰ ਤੁਹਾਨੂੰ ਸਟੱਡੀ ਕਰਵਾਤਾ ਹੋਇਆ ਸੋ ਇੱਕ ਵਾਰ ਗੋ ਥਰੂ ਦੁਬਾਰਾ ਹੋ ਜਾਏ ਕਿਉਂਕਿ ਆਪਾਂ ਇੱਕ ਇੰਪੋਰਟੈਂਟ ਟੌਪਿਕ ਕਰਨਾ ਹੈ ਅੱਜ that is difference between heat and work. ਇੱਕ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਸੋ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣਾ ਹੈ ਸਾਰਿਆਂ ਸਟੂਡੈਂਟਸ ਨੇ ਸੋ what is work? Work is defined as product of force and distance moved in the direction of force. Simply अगर फॉर्मूला देखिए जाए W is equal to F into X. सो इसके यूनिट हैगे आ न्यूटन मीटर और जूल. सो ये सी एक सिंपल वर्क की डेफिनेशन कि ਆਪਾਂ ਕਿਸੇ पर्टिकुलर ऑब्जेक्ट के उपर कितनी फोर्स लगा रहे हैं तो वो कितना डायरैक्शन मूव कर रहा है कितना मूव कर रहा है एक सिंपल डायरैक्शन दे विच जिस डायरैक्शन दे विच आपां फोर्स लगा रहे हैं सो उसनूं आपां कहंदे हैं वर्क. बट इन थर्मोडायनेमिक्स व्हाट इज वर्क? Work is defined as the energy transferred without transfer of mass across the boundary of the system because of an intensive property difference other than the temperature that exists between temperature and surrounding or system and surrounding. So what is work in thermodynamics? It is energy transferred without transferring of mass. Energy transfer without transferring of mass. So simple, this is a closed system across the boundary of the system. So system to surrounding ਦੇ ਵਿੱਚ energy transfer ਹੋ ਰਹੀ ਹੈ but mass transfer ਨਹੀਂ ਹੋ ਰਿਹਾ. So ਇਸ ਚੀਜ਼ ਨੂੰ ਕਹਿੰਦੇ ਆ ਆਪਾਂ work in thermodynamics because of an intensive property difference other than the temperature. So intensive properties ਕਿਹੜੀਆਂ ਹੁੰਦੀਆਂ ਜੋ ਮਾਸ ਦੇ ਉੱਪਰ ਡਿਪੈਂਡ ਨਹੀਂ ਕਰਦੀਆਂ ਲਾਈਕ ਟੈਂਪਰੇਚਰ. ਸੋ ਇਸ ਤੋਂ ਇਲਾਵਾ ਜਿੰਨੀਆਂ ਵੀ ਟੈਂਪਰੇਚਰ ਤੋਂ ਇਲਾਵਾ ਜਿੰਨੀਆਂ ਵੀ ਇੰਟੈਂਸਿਵ ਪ੍ਰੋਪਰਟੀਜ਼ ਆ ਜੋ ਮਾਸ ਤੇ ਡਿਪੈਂਡ ਨਹੀਂ ਕਰਦੀਆਂ ਉਹਨਾਂ ਦੇ ਕਾਰਨ ਜਿਹੜਾ ਟੈਂਪਰੇਚਰ ਤੋਂ ਛੱਡ ਕੇ ਉਹਨਾਂ ਦੇ ਕਾਰਨ ਜਿਹੜਾ ਆਪਣਾ ਵਰਕ ਟ੍ਰਾਂਸਫਰ ਐਨਰਜੀ ਟ੍ਰਾਂਸਫਰ ਹੋ ਰਹੀ ਹੈ ਫਰੋਮ ਸਿਸਟਮ ਟੂ ਸਰਾਊਂਡਿੰਗ due to some intensive property expect temperature ਨੂੰ ਛੱਡ ਕੇ ਜਿੰਨੀਆਂ ਵੀ ਇੰਟੈਂਸਿਵ ਪ੍ਰੋਪਰਟੀਜ਼ ਆ ਉਹ ਸਿਸਟਮ ਐਂਡ ਸਰਾਊਂਡਿੰਗ ਦੇ ਵਿੱਚ ਅਗਰ ਡਿਫਰੈਂਟ ਆ ਤੇ ਉਹਦੇ ਕਰਕੇ એનર્ਜੀ ਟ੍ਰਾਂਸਫਰ ਹੋਏਗੀ ਸਿਸਟਮ ਟੂ ਸਰਾਊਂਡਿੰਗ. ਉਸ ਚੀਜ਼ ਨੂੰ ਕਹਿੰਦੇ ਆ ਵਰਕ ਇਨ ਥਰਮੋਡਾਇਨਾਮਿਕਸ. ਸੋ ਨੈਕਸਟ ਡੈਫੀਨੇਸ਼ਨ ਹੈ what is heat? Heat is defined as energy transferred without transfer of mass across the boundary of a system because of temperature difference between a system and surrounding. So almost ਜਿਹੜੀ work and heat ਦੀ definition ਆ almost same ਆ plus ਤੁਸੀਂ ਦੇਖ ਸਕਦੇ ਹੋ the unit of heat is also joule and the unit of work is also joule. So ਦੋਨਾਂ ਦੀ definition same ਆ ਦੋਨਾਂ ਦੇ units same ਆ. So what is difference in between heat and work? So ਉਹ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਗੋ ਥਰੂ ਹੋ ਲਈਏ ਕਿ ਮੋਡਸ ਆਫ ਹੀਟ ਟ੍ਰਾਂਸਫਰ. ਹੀਟ ਟ੍ਰਾਂਸਫਰ ਅਗਰ ਹੁੰਦੀ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਾਂ ਕਿੰਨੇ ਤਰੀਕੇ ਨਾਲ ਹੋ ਸਕਦੀ ਆ? ਸਿਰਫ 3 ਹੀ ਤਰੀਕੇ ਆ ਜਿਹਦੇ ਨਾਲ ਹੀਟ ਟ੍ਰਾਂਸਫਰ ਹੋ ਸਕਦੀ ਆ ਫਰੋਮ ਵਨ ਪਲੇਸ ਟੂ ਅਨਦਰ ਪਲੇਸ. ਵਨ ਇਜ਼ ਕੰਡਕਸ਼ਨ, second is convection and third is radiation. ਸੋ ਇਹ ਆਲਰੇਡੀ ਆਪਾਂ ਸਟੱਡੀ ਕਰ ਲਿਆ ਸੀਗਾ. ਕੰਡਕਸ਼ਨ ਕੀ ਹੈ? ਅਗਰ ਕਿਸੇ ਬੋਡੀ ਨੂੰ ਆਪਾਂ ਡਾਇਰੈਕਟ ਕੰਟੈਕਟ ਦੇ ਵਿੱਚ ਲਿਆਉਂਦੇ ਹਾਂ ਦੂਸਰੀ ਬੋਡੀ ਦੇ, ਫੋਰ ਐਗਜ਼ਾਮਪਲ ਇੱਕ ਆਇਰਨ ਦਾ ਪੀਸ ਲਿਆ, ਦੋ ਆਇਰਨ ਦੇ ਪੀਸ ਲਏ ਡਿਫਰੈਂਟ,
ਇੱਕ ਦਾ ਟੈਂਪਰੇਚਰ ਜ਼ਿਆਦਾ, ਇੱਕ ਦਾ ਟੈਂਪਰੇਚਰ ਘੱਟ ਆ, ਅਗਰ ਆਪਾਂ ਦੋਨਾਂ ਨੂੰ ਜੁਆਇਨ ਕਰ ਦਾਂਗੇ ਸੋ ਉਹਦੇ ਵਿੱਚ ਜਿਹੜੀ ਹੀਟ ਟਰਾਂਸਫਰ ਹੋਏਗੀ ਫਰੋਮ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ, ਉਸ ਚੀਜ਼ ਨੂੰ ਕਹਿੰਦੇ ਆ ਕੰਡਕਸ਼ਨ। ਫੋਰ ਐਗਜ਼ਾਮਪਲ ਆ ਡਾਇਗਰਾਮ ਦੇ ਵਿੱਚ ਵੀ ਆ ਫਲੇਮ ਆ, ਉਹ ਰੋਡ ਨੂੰ ਬਿਲਕੁਲ ਫਲੇਮ ਦੇ ਨਾਲ ਫਿਜ਼ੀਕਲ ਕੰਟੈਕਟ ਦੇ ਵਿੱਚ ਲਿਆ ਰਿਹਾ, ਸੋ ਉਹਦੇ ਨਾਲ ਕੰਡਕਸ਼ਨ ਹੋ ਰਹੀ ਹੈ, ਹੀਟ ਟਰਾਂਸਫਰ ਹੋ ਰਹੀ ਆ ਫਰੋਮ ਦੈਟ ਫਲੇਮ ਟੂ ਦੈਟ ਰੋਡ, ਸੋ ਦਿਸ ਇਜ਼ ਕੰਡਕਸ਼ਨ। ਕਨਵੈਕਸ਼ਨ ਕੀ ਆ ਕਿ ਜਦੋਂ ਹੀਟ ਟਰਾਂਸਫਰ ਹੋਣ ਦੇ ਵਿੱਚ ਕੁਝ ਸੋਲਿਡ ਸਰਫੇਸ ਦੇ ਇੱਕ ਬੋਡੀ ਤੋਂ ਦੂਸਰੀ ਬੋਡੀ ਦੇ ਵਿੱਚ ਹੀਟ ਟਰਾਂਸਫਰ ਹੋਣ ਦੇ ਲਈ ਕੋਈ ਆਪਾਂ ਰਾਹ ਦੇ ਵਿੱਚ ਮੀਡੀਅਮ ਆ ਜਾਂਦਾ, ਕੋਈ ਗੈਸ ਆ ਜਾਂਦੀ ਆ ਔਰ ਲਿਕੁਇਡ ਆ ਜਾਂਦਾ, ਇਸ ਚੀਜ਼ ਨੂੰ ਕਹਿੰਦੇ ਆ ਕੰਡਕਸ਼ਨ। ਸੋ ਸਿੰਪਲ ਐਗਜ਼ਾਮਪਲ ਆ ਫਲੇਮ ਤੇ ਹੱਥ ਦੇ ਵਿੱਚ, ਦੋ ਬੋਡੀਜ਼ ਦੇ ਵਿੱਚ 에ਅਰ ਦਾ ਡਿਫਰੈਂਸ ਹੈਗਾ ਆ, ਸੋ ਇਹ ਕਨਵੈਕਸ਼ਨ ਹੋ ਰਹੀ ਹੈ। ਸੋ ਦਿਸ ਇਜ਼ ਫਿਨੋਮੀਨਾ ਇਜ਼ ਕਾਲਡ ਕਨਵੈਕਸ਼ਨ। ਐਂਡ ਵਾਟ ਇਜ਼ ਰੇਡੀਏਸ਼ਨ? ਰੇਡੀਏਸ਼ਨ ਕੀ ਆ ਕਿ ਜਦੋਂ ਕੋਈ ਸੈਂਟਰ ਦੇ ਵਿੱਚ, ਜਦੋਂ ਇੱਕ ਬੋਡੀ ਤੋਂ ਦੂਸਰੀ ਬੋਡੀ ਦੇ ਵਿੱਚ ਹੀਟ ਜਾਣੀ ਆ, ਸੈਂਟਰ ਦੇ ਵਿੱਚ ਕੋਈ ਮੀਡੀਅਮ ਨਾ ਹੋਵੇ ਲੇਕਿਨ ਤਾਂ ਵੀ ਹੀਟ ਟਰਾਂਸਫਰ ਹੋ ਜਾਵੇ, ਇਨ ਵੈਕਿਊਮ ਵੀ ਹੀਟ ਟਰਾਂਸਫਰ ਹੋ ਜਾਏ, ਉਹਨੂੰ ਕਹਿੰਦੇ ਆ ਰੇਡੀਏਸ਼ਨ। ਕਿੰਦਾ ਹੁੰਦੀ ਹੈ ਹੀਟ ਟਰਾਂਸਫਰ? ਇਨ ਫਾਰਮ ਆਫ ਇਲੈਕਟ੍ਰੋਮੈਗਨੈਟਿਕ ਵੇਵਸ। ਇਲੈਕਟ੍ਰੋਮੈਗਨੈਟਿਕ ਦੀ ਵੇਵਸ ਦੀ ਫਾਰਮ ਦੇ ਵਿੱਚ ਹੀਟ ਟਰਾਂਸਫਰ ਹੋਏਗੀ। ਸਿੰਪਲ ਐਗਜ਼ਾਮਪਲ ਆਪਣਾ ਸਨ ਤੋਂ ਇੰਨੀ ਹੀਟ ਅਰਥ ਦੇ ਉੱਪਰ ਆ ਰਹੀ ਆ, ਰਾਹ ਦੇ ਵਿੱਚ ਕੋਈ 에ਅਰ ਨਹੀਂ ਹੈਗਾ, ਕੋਈ ਸੋਲਿਡ ਸਬਸਟੈਂਸ ਨਹੀਂ ਹੈਗਾ, ਲੇਕਿਨ ਤਾਂ ਵੀ ਹੀਟ ਅਰਥ ਦੇ ਉੱਪਰ ਆ ਰਹੀ ਹੈ। ਕਿਉਂ ਆ ਰਹੀ ਹੈ? ਕਿਉਂਕਿ ਉਹ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਫਾਰਮ ਦੇ ਵਿੱਚ ਆ। ਇਲੈਕਟ੍ਰੋਮੈਗਨੈਟਿਕ ਵੇਵਸ ਵੈਕਿਊਮ ਦੇ ਵਿੱਚ ਵੀ ਟਰੈਵਲ ਕਰ ਸਕਦੀਆਂ। ਸੋ ਇਹ ਸੀਗੀਆਂ ਮੋਡਸ ਆਫ ਹੀਟ ਟਰਾਂਸਫਰ। ਨੈਕਸਟ ਇਜ਼ important question, what is difference between heat and work? So heat cannot be converted absolutely into work even in most perfect heat engine. ਹੀਟ ਕਦੀ ਵੀ 100% ਵਰਕ ਦੇ ਵਿੱਚ ਕਨਵਰਟ ਨਹੀਂ ਹੋ ਸਕਦੀ, ਬਟ ਵਰਕ ਕੈਨ ਬੀ ਕਨਵਰਟਡ ਐਬਸੋਲਿਊਟਲੀ ਇਨਟੂ ਹੀਟ। ਠੀਕ ਹੈ, ਸੋ ਫਸਟ ਡਿਫਰੈਂਸ ਇਹ ਆ ਕਿ ਹੀਟ ਕਦੀ ਵੀ ਵਰਕ ਦੇ ਵਿੱਚ 100% ਟਰਾਂਸਫਰ ਨਹੀਂ ਹੋ ਸਕਦੀ, ਬਟ ਵਰਕ 100% ਹੀਟ ਦੇ ਵਿੱਚ ਟਰਾਂਸਫਰ ਹੋ ਸਕਦਾ। ਹੀਟ ਇਜ਼ ਅ ਲੋ ਗ੍ਰੇਡ ਐਨਰਜੀ ਐਂਡ ਵਰਕ ਇਜ਼ ਅ ਹਾਈ ਗ੍ਰੇਡ ਐਨਰਜੀ। ਇਨ ਹੀਟ ਟਰਾਂਸਫਰ ਟੈਂਪਰੇਚਰ ਡਿਫਰੈਂਸ ਇਜ਼ ਰਿਕੁਆਇਰਡ। ਸੋ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਅਗਰ ਹੀਟ ਟਰਾਂਸਫਰ ਕਰਾਉਣੀ ਆ ਤਾਂ ਸਾਨੂੰ ਟੈਂਪਰੇਚਰ ਡਿਫਰੈਂਸ ਤਾਂ ਚਾਹੀਦਾ ਹੀ ਆ, ਹੀਟ ਤਾਂ ਹੀ ਟਰਾਂਸਫਰ ਹੋਏਗੀ ਇੱਕ ਪਲੇਸ ਤੋਂ ਦੂਸਰੀ ਪਲੇਸ ਦੇ ਵਿੱਚ। ਅਗਰ ਟੈਂਪਰੇਚਰ ਡਿਫਰੈਂਸ ਨਹੀਂ ਹੋਏਗਾ ਤਾਂ ਉਹ ਇੱਕ ਇਕੁਇਲਿਬਰੀਅਮ ਕੰਡੀਸ਼ਨ ਹੋਏਗੀ ਜਿਹਦੇ ਵਿੱਚ ਕੁਝ ਵੀ ਟਰਾਂਸਫਰ ਫਿਰ ਨਹੀਂ ਹੋਏਗਾ। ਸੋ ਲੇਕਿਨ ਵਰਕ ਫਲੋ ਦੇ ਲਈ, ਵਰਕ ਕਰਨ ਦੇ ਲਈ ਸਾਨੂੰ ਹੀਟ ਦਾ ਜਿਹੜਾ ਟੈਂਪਰੇਚਰ ਡਿਫਰੈਂਸ ਆ ਉਹ ਨਹੀਂ ਚਾਹੀਦਾ। ਨੈਕਸਟ ਡਿਫਰੈਂਸ ਹੈਗਾ in a stable system there is no restriction for transfer of heat. In a stable system there cannot be work transfer. ਅਗਰ ਕੋਈ ਸਿਸਟਮ ਸਟੇਬਲ ਆ ਉਹਦੇ ਵਿੱਚ ਹੀਟ ਤਾਂ ਟਰਾਂਸਫਰ ਹੋ ਸਕਦੀ ਆ ਲੇਕਿਨ ਵਰਕ ਉਹਦੇ ਵਿੱਚ ਟਰਾਂਸਫਰ ਨਹੀਂ ਹੋ ਸਕਦਾ। ਅਗਰ ਆਪਾਂ ਸਿਸਟਮ ਨੂੰ, ਅਗਰ ਆਪਣੇ ਉਹ ਮੰਨ ਲਓ ਇੱਕ ਕੱਪ ਆ ਜਿਹਦੇ ਵਿੱਚ ਪਾਣੀ ਆ, ਅਗਰ ਆਪਾਂ ਉਹਨੂੰ ਹੀਟ ਪ੍ਰੋਵਾਈਡ ਕਰਦੇ ਪਏ ਆ ਤਾਂ ਉਹ ਆਪਾਂ ਲਵਾਂਗੇ ਪੋਜ਼ਿਟਿਵ। ਉਸੇ ਕੱਪ ਨੂੰ ਅਗਰ ਆਪਾਂ ਨੋਰਮਲ ਟੈਂਪਰੇਚਰ 'ਤੇ ਰੱਖ ਦਾਂਗੇ ਅਤੇ ਉਹਦੇ ਵਿੱਚੋਂ ਹੀਟ ਜਦੋਂ ਬਾਹਰ ਜਾਏਗੀ, ਠੰਡਾ ਹੋਏਗਾ ਕੱਪ, ਉਸ ਹੀਟ ਨੂੰ ਆਪਾਂ ਕਹਾਂਗੇ ਨੈਗੇਟਿਵ। ਹੀਟ ਰਿਜੈਕਟਡ ਬਾਏ ਸਿਸਟਮ ਇਜ਼ ਨੈਗੇਟਿਵ। ਬਟ ਦਾ ਵਰਕ ਡਨ ਔਨ ਸਿਸਟਮ, ਅਗਰ ਆਪਾਂ ਉਸ ਪਾਣੀ ਨੂੰ ਗਰਮ ਕਰ ਰਹੇ ਹਾਂ, ਹੀਟ ਤਾਂ ਪ੍ਰੋਵਾਈਡ ਕਰ ਰਹੇ ਹਾਂ, ਹੀਟ ਪੋਜ਼ਿਟਿਵ ਆ, ਲੇਕਿਨ ਸਾਡਾ ਉੱਥੇ ਕੁਛ ਵਰਕ ਲੱਗਦਾ ਪਿਆ, ਉੱਥੇ ਕੁਛ ਵਰਕ ਹੋ ਰਿਹਾ ਆ ਉਹਨੂੰ ਗਰਮ ਕਰਨ ਦੇ ਲਈ। ਸੋ ਉਹਨੂੰ ਵਰਕ ਅਗਰ ਆਪਾਂ ਕਰਦੇ ਹਾਂ ਤਾਂ ਉਹਨੂੰ ਆਪਾਂ ਲਵਾਂਗੇ ਨੈਗੇਟਿਵ ਦੇ ਵਿੱਚ। ਜਿਹੜਾ ਵਰਕ ਹੋ ਰਿਹਾ ਦੈਟ ਵੈਲਿਊ ਸ਼ੁੱਡ ਬੀ ਟੇਕਨ ਨੈਗੇਟਿਵ। ਤੇ work done by the work done on system is taken as negative and by the system as positive. ਸੋ ਉਸ ਕੱਪ ਦੇ ਉੱਪਰ ਆਪਾਂ ਜਦੋਂ ਉਹਨੂੰ ਹੀਟ ਕਰਦੇ ਪਏ ਹਾਂ, ਜਿਹੜਾ ਸਾਡਾ ਉੱਥੇ ਵਰਕ ਲੱਗ ਰਿਹਾ ਉਹ ਨੈਗੇਟਿਵ ਹੋਏਗਾ। ਲੇਕਿਨ ਅਗਰ ਸਿਸਟਮ ਕੋਈ ਕੰਮ ਕਰ ਰਿਹਾ, ਠੀਕ ਹੈ, ਸਿਸਟਮ ਕੋਈ ਕੰਮ ਕਰ ਰਿਹਾ ਆ, ਸਿਸਟਮ ਅਗਰ ਨੋਰਮਲ ਟੈਂਪਰੇਚਰ 'ਤੇ ਪਿਆ ਆ, ਉਹਦੇ ਵਿੱਚੋਂ ਐਨਰਜੀ ਬਾਹਰ ਜਾ ਰਹੀ ਆ, ਤਾਂ ਉੱਥੇ ਆਪਾਂ ਵਰਕ ਨੂੰ ਲਵਾਂਗੇ ਪੋਜ਼ਿਟਿਵ। ਸੋ ਇੱਥੇ ਦੋਨੋਂ ਚੀਜ਼ਾਂ ਬਿਲਕੁਲ ਓਪੋਜ਼ਿਟ ਨੇ। ਅਗਰ ਕਿਸੇ ਚੀਜ਼ ਨੂੰ ਆਪਾਂ ਹੀਟ ਸਪਲਾਈ ਕਰਦੇ ਪਏ ਹਾਂ ਤਾਂ ਆਪਾਂ ਉਸ ਚੀਜ਼ ਨੂੰ ਕਹਾਂਗੇ ਕਿ ਪੋਜ਼ਿਟਿਵ ਆ, ਹੀਟ ਪੋਜ਼ਿਟਿਵ ਆ, ਉਹਦੀ ਵੈਲਿਊ ਪੋਜ਼ਿਟਿਵ ਆ। ਬਟ
ਉਸੇ ਸੇਮ ਐਗਜ਼ਾਮਪਲ ਦੇ ਵਿੱਚ ਅਗਰ ਇੱਕ ਕੱਪ ਆ, ਆਪਾਂ ਕੱਪ ਨੂੰ ਗਰਮ ਕਰ ਰਹੇ ਹਾਂ, ਉੱਥੇ ਵਿੱਚ ਹੀਟ ਪੋਜ਼ਿਟਿਵ ਆ, ਲੇਕਿਨ ਜਿਹੜਾ ਸਾਡਾ ਵਰਕ ਲੱਗਦਾ ਪਿਆ ਉਸ ਕੱਪ ਨੂੰ ਗਰਮ ਕਰਨ ਦੇ ਲਈ ਉਹ ਨੈਗੇਟਿਵ ਆ। ਸੋ ਦੋਨੋਂ ਇੱਥੇ ਬਿਲਕੁਲ ਓਪੋਜ਼ਿਟਸ ਨੇ, ਹੀਟ ਐਂਡ ਵਰਕ। ਠੀਕ ਹੈ, ਸੋ ਇਹ ਸੀਗਾ ਇੱਕ ਮੇਨ ਡਿਫਰੈਂਸ ਬਿਟਵੀਨ ਹੀਟ ਐਂਡ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਫਸਟ ਡਿਫਰੈਂਸ ਆ ਕਿ 100% ਕਨਵਰਟ ਨਹੀਂ ਹੋ ਸਕਦੀ, ਇਹਦੀ ਇੱਕ ਸਿੰਪਲ ਐਗਜ਼ਾਮਪਲ ਆ ਕਿ ਆਪਾਂ ਕੋਈ ਵੀ ਇੱਕ ਕਾਰ ਦੀ ਐਗਜ਼ਾਮਪਲ ਲੈ ਲਈਏ। ਠੀਕ ਹੈ, ਲੈਟਸ ਸਪੋਜ਼ ਬੁਗਾਟੀ ਕਾਰ ਬਾਰੇ ਸਾਰਿਆਂ ਨੇ ਸੁਣਿਆ ਹੋਣਾ। ਬੁਗਾਟੀ ਕਾਰ ਦੁਨੀਆ ਦੀ ਸਭ ਤੋਂ ਫਾਸਟੈਸਟ ਕਾਰ ਹੈ। ਉਹਦੇ ਵਿੱਚ ਅਗਰ ਆਪਾਂ ਇੰਜਨ ਦੀ ਗੱਲ ਕਰੀਏ, ਇੰਜਨ ਹੈਗਾ 3000 ਹਾਰਸ ਪਾਵਰ ਦਾ। ਇੰਜਨ ਜਿਹੜਾ ਹੈ ਉਹਦਾ 3000 ਹਾਰਸ ਪਾਵਰ, 3000 ਹਾਰਸ ਪਾਵਰ ਪ੍ਰੋਡਿਊਸ ਕਰਦਾ ਹੈ, ਪੈਦਾ ਕਰਦਾ ਇੰਜਨ ਜਦੋਂ ਚੱਲਦਾ ਹੈ। ਲੇਕਿਨ ਜਿਹੜੀ ਸਾਡੀ ਐਕਚੁਅਲ ਟਾਇਰਾਂ ਤੱਕ ਜਿਹੜੀ ਹੀਟ ਪਹੁੰਚਦੀ ਆ ਉਹ ਸਿਰਫ 1000 ਹਾਰਸ ਪਾਵਰ ਪਹੁੰਚਦੀ ਹੈ। ਠੀਕ ਆ, ਸੋ ਇੰਜਨ ਜਿਹੜਾ ਆ ਉਹ 3000 ਹਾਰਸ ਪਾਵਰ ਦੀ ਪਾਵਰ ਪੈਦਾ ਕਰਦਾ ਪਿਆ। ਹੀਟ ਕਹਿਤਾ, ਸੋਰੀ ਮੈਂ ਪਾਵਰ। ਇੰਜਨ 3000 ਹਾਰਸ ਪਾਵਰ ਪੈਦਾ ਕਰਦਾ ਪਿਆ, ਲੇਕਿਨ ਟਾਇਰਾਂ ਤੱਕ ਜਿਹੜੀ ਪਾਵਰ ਪਹੁੰਚ ਰਹੀ ਆ ਉਹ ਸਿਰਫ 1000 ਪਹੁੰਚ ਰਹੀ ਆ। ਸਭ ਤੋਂ ਵਧੀਆ ਕਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਵੀ। ਸੋ ਬਾਕੀ ਵਰਕ ਜਿਹੜਾ ਬਾਕੀ ਪਾਵਰ ਕਿੱਥੇ ਗਈ? ਜਿਹੜੀ ਬਾਕੀ ਪਾਵਰ ਗਈ ਉਹ ਚਲ ਗਈ ਹੀਟ ਲਾਸ, ਟਰਾਂਸਮਿਸ਼ਨ ਲਾਸ ਦੇ ਵਿੱਚ। ਕਿਉਂਕਿ ਜਦੋਂ ਆਪਾਂ ਇੰਨੀ ਪਾਵਰ ਪ੍ਰੋਡਿਊਸ ਕਰਦੇ ਹਾਂ ਉੱਥੇ ਹੀਟ ਵੀ ਪੈਦਾ ਹੁੰਦੀ ਆ। ਸੋ ਹੀਟ ਕੀ ਆ, ਸਰਾਊਂਡਿੰਗ ਦੇ ਵਿੱਚ ਟਰਾਂਸਫਰ ਹੋ ਜਾਂਦੀ ਆ, ਐਨਰਜੀ ਆਪਣੇ ਨਾਲ ਟਰਾਂਸਫਰ ਕਰ ਦਿੰਦੀ ਆ। ਸੋ ਕੋਈ ਵੀ ਅਗਰ ਆਟੋਮੋਟਿਵ ਵਹੀਕਲ ਆ ਉਹਦੇ ਵਿੱਚ ਅਰਾਊਂਡ 30 to 40 ਔਰ 50% ਮੈਕਸੀਮਮ 50% ਤੱਕ ਜਿਹੜਾ ਵਰਕ ਹੈਗਾ, ਜਿਹੜੀ ਐਨਰਜੀ ਆ ਉਹ ਟਰਾਂਸਫਰ ਹੋ ਸਕਦੀ ਆ, ਬਾਕੀ ਟਰਾਂਸਫਰ ਨਹੀਂ ਹੋ ਸਕਦੀ, ਬਾਕੀ ਵਿੱਚ ਲੋਸਿਸ ਚਲ ਜਾਂਦੇ ਆ। ਠੀਕ ਹੈ, ਸੋ ਨੈਕਸਟ ਇਜ਼ what is energy? The energy is defined as capacity to do work. ਸਿੰਪਲ ਡੈਫੀਨੇਸ਼ਨ ਆ, ਸਾਰਿਆਂ ਨੂੰ ਪਤਾ ਹੀ ਹੈ ਐਨਰਜੀ ਕੀ ਆ, capacity to do work. ਸੋ ਦੋ ਤਰ੍ਹਾਂ ਦੀ એનર્ਜੀ ਹੁੰਦੀ ਆ, ਸਟੋਰਡ એનર્ਜੀ ਐਂਡ ਟ੍ਰਾਂਜ਼ਿਟ એનર્ਜੀ। એનર્ਜੀ ਦੋ ਤਰ੍ਹਾਂ ਦੀ ਆ, capacity to do work, stored and transit. So what is stored energy? The stored energy is the energy possessed by the system within its boundary. ਕੋਈ ਵੀ ਇਸ ਤਰ੍ਹਾਂ ਦੀ એનર્ਜੀ ਜਿਹੜੀ ਸਿਸਟਮ ਦੇ ਬਾਉਂਡਰੀਜ਼ ਦੇ ਵਿਦਨ ਹੈਗੀ ਆ, ਉਹਦੇ ਆਪਣੇ ਅੰਦਰ ਹੈਗੀ ਆ, ਉਹਨੂੰ ਕਹਿੰਦੇ ਆ ਸਟੋਰਡ એનર્ਜੀ। ਇਹਦੀ ਐਗਜ਼ਾਮਪਲ ਹੈਗੀ ਆ ਪੋਟੈਂਸ਼ੀਅਲ એનર્ਜੀ, ਕਾਈਨੈਟਿਕ એનર્ਜੀ ਐਂਡ ਇੰਟਰਨਲ એનર્ਜੀ। So what is transit energy? The transit energy is the energy possessed by the system which is capable of crossing its boundary. ਕੁਛ ਇਸ ਤਰ੍ਹਾਂ ਦੀਆਂ એનર્ਜੀਜ਼ ਜੋ ਸਿਸਟਮ ਤੋਂ ਟਰਾਂਸਫਰ ਹੋ ਸਕਦੀਆਂ ਸਰਾਊਂਡਿੰਗ ਦੇ ਵਿੱਚ। ਸਿੰਪਲ ਐਗਜ਼ਾਮਪਲ ਹੀਟ, ਵਰਕ ਐਂਡ ਇਲੈਕਟ੍ਰੀਕਲ એનર્ਜੀ। ਸੋ ਆਪਾਂ ਇਹਨੂੰ ਇੱਕ ਡਾਇਗਰਾਮ ਦੇ ਨਾਲ ਸਮਝਦੇ ਹਾਂ। ਸਟੋਰਡ એનર્ਜੀ ਜਿਹੜੀ ਹੈਗੀ ਆ ਕਿ ਜਿਹੜੀ ਟਰਾਂਸਫਰ ਨਹੀਂ ਹੁੰਦੀ, ਸਿਸਟਮ ਦੇ ਵਿੱਚ ਹੀ ਰਹਿੰਦੀ ਆ, ਉਹਨੂੰ ਕਹਿੰਦੇ ਆ ਸਟੋਰਡ એનર્ਜੀ। ਇਹਦੀ ਸਭ ਤੋਂ ਮੇਨ ਐਗਜ਼ਾਮਪਲ ਹੈਗੀ ਆ ਪੋਟੈਂਸ਼ੀਅਲ એનર્ਜੀ ਐਂਡ ਕਾਈਨੈਟਿਕ એનર્ਜੀ। ਠੀਕ ਹੈ, ਸੋ ਆਪਾਂ ਇਹ ਦੋਨਾਂ ਦੀ ਐਗਜ਼ਾਮਪਲ ਲੈਂਦੇ ਹਾਂ, ਪੋਟੈਂਸ਼ੀਅਲ એનર્ਜੀ ਐਂਡ ਕਾਈਨੈਟਿਕ એનર્ਜੀ। So what is potential energy? It is the energy possessed by the body or a system for doing work by virtue of its position above the ground level. So ਆਪਾਂ ਡੈਫੀਨੇਸ਼ਨ ਤੇ ਨਾ ਜਾਈਏ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਡੈਫੀਨੇਸ਼ਨਸ ਤੁਸੀਂ ਬੁੱਕ ਤੋਂ ਵੀ ਦੇਖ ਸਕਦੇ ਹੋ। ਸੋ ਪੋਟੈਂਸ਼ੀਅਲ એનર્ਜੀ ਐਂਡ ਕਾਈਨੈਟਿਕ એનર્ਜੀ ਦੋ એનર્ਜੀਜ਼ ਆ। ਕਿਹਦੀ ਐਗਜ਼ਾਮਪਲ ਸੀ ਇਹ? ਸਟੋਰਡ એનર્ਜੀ ਦੀ, ਜਿਹੜੀ ਸਿਸਟਮ ਦੇ ਵਿੱਚ ਸਟੋਰਡ ਹੈਗੀ। ਸੋ ਦਿਸ ਇਜ਼ ਪੋਟੈਂਸ਼ੀਅਲ એનર્ਜੀ। ਠੀਕ ਹੈ, ਆਪਾਂ ਇੱਕ ਬੋਡੀ ਨੂੰ, ਇੱਕ ਵੇਟ ਆ, ਉਹਨੂੰ ਕਾਫੀ ਹਾਈ ਲੈਵਲ 'ਤੇ ਲੈ ਗਏ। ਠੀਕ ਹੈ, ਉਹਨੂੰ ਉੱਥੇ ਜਾ ਕੇ ਸਟਾਪ ਕਰਤਾ। ਸੋ ਇਹਦੇ ਵਿੱਚ ਜਿਹੜੀ ਕੈਪੇਬਿਲਿਟੀ ਹੈਗੀ ਆ, ਇਸ ਵੇਟ ਦੇ ਵਿੱਚ ਜਿਹੜੀ ਕੈਪੇਬਿਲਿਟੀ ਹੈਗੀ ਹੈ ਕਿ એનર્ਜੀ ਸਟੋਰਡ ਆ, ਕਿਉਂਕਿ ਉਹ ਇੰਨੀ ਹਾਈਟ 'ਤੇ ਆ। ਉਹ એનર્ਜੀ ਕਦੋਂ ਸ਼ੋ ਹੋਏਗੀ? ਜਦੋਂ ਉਹ ਨੀਚੇ ਡਿੱਗੇਗਾ। ਸੋ ਉਸ એનર્ਜੀ ਨੂੰ ਕਹਿੰਦੇ ਆ ਪੋਟੈਂਸ਼ੀਅਲ એનર્ਜੀ, ਕਿ ਜਦੋਂ ਕੋਈ ਸਿਸਟਮ ਦੇ ਵਿੱਚ ਕੋਈ ਕੰਮ ਕਰਨ ਦੀ ਪਾਵਰ ਹੋਵੇ ਲੇਕਿਨ ਉਹ ਕੰਮ ਉਸ ਟਾਈਮ ਨਹੀਂ ਕਰਦੇ ਆ। ਠੀਕ ਆ, ਉਸ ਨੂੰ ਕਹਿੰਦੇ ਆ ਪੋਟੈਂਸ਼ੀਅਲ એનર્ਜੀ। ਸੋ ਵਾਟ ਇਜ਼ ਕਾਈਨੈਟਿਕ એનર્ਜੀ? ਇਹਦੀ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਆ। ਕਾਈਨੈਟਿਕ એનર્ਜੀ ਕੀ ਆ ਕਿ ਜਦੋਂ ਪੋਟੈਂਸ਼ੀਅਲ એનર્ਜੀ ਕਨਵਰਟ ਹੁੰਦੀ ਆ ਸਪੀਡ ਦੇ ਨਾਲ, ਮਾਸ ਦੇ ਅਕੋਰਡਿੰਗ, ਡਿਊ ਟੂ ਐਕਸਲਰੇਸ਼ਨ, ਡਿਊ ਟੂ ਗ੍ਰੈਵਿਟੀ, ਉਹਨੂੰ ਕਹਿੰਦੇ ਆ ਆਪਾਂ
kinetic, so ਤੁਸੀਂ ਦੇਖ ਸਕਦੇ ਹੋ definition, it is energy possessed by body or a system for doing work by virtue of its mass and velocity of motion। ਸੋ ਜਿਹੜੀ એનર્ਜੀ ਇੱਕ ਸਿਸਟਮ ਦੇ ਵਿੱਚ ਸੀਗੀ ਵਰਕ ਕਰਨ ਦੀ ਕਪੈਸਿਟੀ ਸੀ, ਜਦੋਂ ਉਹ ਵੈਲੋਸਿਟੀ ਐਂਡ ਮੋਸ਼ਨ ਦੇ ਨਾਲ ਮਿਕਸ ਹੋ ਜਾਂਦੀ ਹੈ, ਦੈਟ ਇਜ਼ ਕਾਈਨੈਟਿਕ એનર્ਜੀ। ਸੋ ਫਾਰਮੂਲਾ ਤੁਸੀਂ ਦੇਖ ਸਕਦੇ ਹੋ, W is the weight of body, M is the mass of body, and Z is distance through which body falls, and G is acceleration due to gravity। ਠੀਕ ਹੈ, ਫਾਰਮੂਲਾ ਤੁਹਾਨੂੰ ਮੈਂ ਨੈਕਸਟ ਲੈਕਚਰ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਦਾਂਗਾ ਕਿ what is acceleration due to gravity and what is Newton and meter। ਸੋ ਇਹ ਸੀਗੀਆਂ ਤੁਹਾਡੀਆਂ ਦੋ ਟਾਈਪਸ ਦੀ એનર્ਜੀ, ਪੋਟੈਂਸ਼ੀਅਲ ਐਂਡ ਕਾਈਨੈਟਿਕ એનર્ਜੀ। ਠੀਕ ਹੈ, ਸੋ ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਸਿਰਫ ਪੋਟੈਂਸ਼ੀਅਲ ਐਂਡ ਕਾਈਨੈਟਿਕ એનર્ਜੀ ਦਾ ਡਿਫਰੈਂਸ ਸਮਝਾਵਾਂਗੇ, ਐਂਡ ਸਾਡਾ ਨੈਕਸਟ ਟੌਪਿਕ ਹੋਏਗਾ ਐਂਥੈਲਪੀ। ਠੀਕ ਹੈ, ਸੋ ਕਿਸੇ ਦੇ ਵੀ ਕੋਈ ਕੁਐਸਚਨਸ ਹੋਊਗੇ, ਆਪਣੇ ਕੁਐਸਚਨ ਨੋਟ ਡਾਊਨ ਕਰਕੇ ਰੱਖ ਲਿਓ। ਆਪਾਂ ਨੈਕਸਟ ਲੈਕਚਰ ਦੇ ਵਿੱਚ ਜਦੋਂ ਜ਼ੂਮ ਦੇ ਥਰੂ ਲਾਈਵ ਹੋਵਾਂਗੇ ਤੇ ਤੁਹਾਡੇ ਕੁਐਰੀਜ਼ ਸਾਰੀਆਂ ਲਈਆਂ ਜਾਣਗੀਆਂ। ਥੈਂਕ ਯੂ।